ਪਿਆਰੇ ਵਿਦਿਆਰਥੀਓ, ਅੱਜ ਅਸੀਂ 10ਵੀਂ ਜਮਾਤ ਦੇ ਪਾਠ ਤੀਸਰਾ ਭਾਰਤ ਦੀ ਜਲਵਾਯੂ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਅਸੀਂ ਭਾਰਤ ਦੇਸ਼ ਵਿੱਚ ਰਹਿੰਦੇ ਹਾਂ। ਭਾਰਤ ਦਾ ਆਕਾਰ ਵੱਡਾ ਹੋਣ ਦੇ ਕਾਰਨ ਇਸ ਵਿੱਚ ਸਾਨੂੰ ਬਹੁਤ ਸਾਰੀਆਂ ਭਿੰਨਤਾਵਾਂ ਦੇਖਣ ਵਿੱਚ ਮਿਲਦੀਆਂ ਹਨ। ਇਹਨਾਂ ਭਿੰਨਤਾਵਾਂ ਵਿੱਚ ਜਲਵਾਯੂ ਵਿੱਚ ਵੀ ਬਹੁਤ ਭਿੰਨਤਾ ਦੇਖਣ ਵਿੱਚ ਆਉਂਦੀ ਹੈ। ਜਲਵਾਯੂ ਬਾਰੇ ਪੜ੍ਹਨ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਜ਼ਰੂਰੀ ਹੈ, ਜਲਵਾਯੂ ਕਿਸ ਨੂੰ ਕਹਿੰਦੇ ਹਨ। ਬੱਚੋ, ਜਲਵਾਯੂ ਜਾਂ ਪੌਣ ਪਾਣੀ ਕਿਸੇ ਸਥਾਨ ਤੇ ਲੰਬੇ ਸਮੇਂ ਦੇ ਮੌਸਮੀ ਹਾਲਤਾਂ, ਜਿਸ ਵਿੱਚ ਇੱਕ ਜਗ੍ਹਾ ਦਾ ਤਾਪਮਾਨ, ਵਗਦੀ ਹਵਾ ਵਿੱਚ ਨਮੀ ਦੀ ਮਾਤਰਾ ਕਿੰਨੀ ਰਹਿੰਦੀ ਹੈ, ਸ਼ਾਮਲ ਹੁੰਦਾ ਹੈ। ਭਾਵ ਅਸੀਂ ਕਿਸੇ ਇੱਕ ਸਥਾਨ ਦਾ ਕਾਫੀ ਲੰਬੇ ਸਮੇਂ ਦਾ ਤਾਪਮਾਨ, ਵਰਖਾ ਦੀ ਮਾਤਰਾ, ਹਵਾ ਦੀ ਦਿਸ਼ਾ, ਹਵਾ ਵਿਚਲੀ ਨਮੀ ਦੇ ਆંકੜੇ ਇਕੱਠੇ ਕਰ ਲੈਂਦੇ ਹਾਂ ਤਾਂ ਅਸੀਂ ਉਸ ਜਗ੍ਹਾ ਦੀ ਜਲਵਾਯੂ ਨਿਰਧਾਰਿਤ ਕਰ ਸਕਦੇ ਹਾਂ ਕਿ ਉਸ ਜਗ੍ਹਾ ਦੀ ਜਲਵਾਯੂ ਗਰਮ ਹੈ ਜਾਂ ਠੰਡੀ ਹੈ। ਇਹ ਮਾਤਰਾ ਉਸ ਸਥਾਨ ਦੀ ਧਰਾਤਲੀ ਭਿੰਨਤਾ, ਸਮੁੰਦਰ ਤੋਂ ਦੂਰੀ ਅਤੇ ਭੂਮੱਧ ਰੇਖਾ ਤੋਂ ਦੂਰੀ ਵਰਗੇ ਤੱਤਾਂ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ। ਬੱਚੋ, ਭਾਰਤ ਇੱਕ ਵਿਸ਼ਾਲ ਦੇਸ਼ ਹੋਣ ਕਾਰਨ ਇਸ ਦੀਆਂ ਧਰਾਤਲੀ ਇਕਾਈਆਂ ਪ੍ਰਾਇਦੀਪੀ ਹੋਂਦ ਅਤੇ ਕਰਕ ਰੇਖਾ ਦੀ ਸਥਿਤੀ ਇਸ ਦੇ ਜਲਵਾਯੂ ਤੇ ਬਹੁਤ ਪ੍ਰਭਾਵ ਪਾਉਂਦੇ ਹਨ। ਇਸ ਦੀ ਧਰਾਤਲੀ ਇਕਾਈਆਂ ਵਿੱਚ ਹਿਮਾਲਿਆ ਪਰਬਤ, ਪਠਾਰ ਮੈਦਾਨ, ਪੱਛਮੀ ਘਾਟ ਆਦਿ ਆਉਂਦੇ ਹਨ। ਪ੍ਰਾਇਦੀਪੀ ਹੋਂਦ ਜੋ ਖੇਤਰ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ, ਉਹ ਵੀ ਇਸ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਦਾ ਹੈ। ਬੱਚੋ, ਜੇਕਰ ਅਸੀਂ ਆਪਣੇ ਭਾਰਤ ਦੀ ਜਲਵਾਯੂ ਦੀ ਭਿੰਨਤਾ ਦੇਖਣੀ ਹੋਵੇ ਤੇ ਅਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਦਸੰਬਰ ਮਹੀਨੇ ਵਿੱਚ ਜਦ ਸਾਡੇ ਪੰਜਾਬ ਵਿੱਚ ਠੰਡ ਹੁੰਦੀ ਹੈ, ਉਸ ਸਮੇਂ ਦਰਾਸ ਵਿੱਚ -45 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੁੰਦਾ ਹੈ ਤੇ ਉਸੇ ਸਮੇਂ ਦਸੰਬਰ ਦੇ ਵਿੱਚ ਚੇਨਈ ਦੇ ਵਿੱਚ 20 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੁੰਦਾ ਹੈ। ਤੁਸੀਂ ਸਾਡੇ ਭਾਰਤ ਦੇਸ਼ ਦੀ ਜਲਵਾਯੂ ਦੀ ਭਿੰਨਤਾ ਦਾ ਅੰਦਾਜ਼ਾ ਇਹਨਾਂ ਗੱਲਾਂ ਨਾਲ ਲਗਾ ਸਕਦੇ ਹੋ। ਬੱਚੋ, ਜੇਕਰ ਅਸੀਂ ਪੂਰਬ ਅਤੇ ਪੱਛਮ ਦੀ ਗੱਲ ਕਰਦੇ ਹਾਂ ਤੇ ਪੂਰਬ ਵਿੱਚ ਜੂਨ ਮਹੀਨੇ ਵਿੱਚ ਤਵਾਂਗ ਵਿੱਚ 19 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੁੰਦਾ ਹੈ ਤੇ ਇਸ ਦੇ ਉਲਟ ਜੈਸਲਮੇਰ ਵਿੱਚ 50 ਡਿਗਰੀ ਸੈਂਟੀਗ੍ਰੇਡ ਤਾਪਮਾਨ ਜੂਨ ਵਿੱਚ ਹੀ ਦੇਖਣ ਵਿੱਚ ਮਿਲਦਾ ਹੈ। ਤੁਹਾਨੂੰ ਇਸ ਗੱਲ ਤੋਂ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਉੱਤਰ ਅਤੇ ਦੱਖਣ, ਪੂਰਬ ਅਤੇ ਪੱਛਮ ਵਿੱਚ ਭਾਰਤ ਵਿੱਚ ਤਾਪਮਾਨ ਵਿੱਚ ਕਿੰਨੀ ਭਿੰਨਤਾ ਦੇਖਣ ਵਾਸਤੇ ਮਿਲਦੀ ਹੈ।
ਬੱਚੋ, ਇਸ ਦੇ ਨਾਲ ਅਸੀਂ ਵਰਖਾ ਦੀ ਗੱਲ ਕਰਦੇ ਹਾਂ ਤਾਂ ਪੂਰਬ ਵਿੱਚ ਸਥਿਤ ਚਿਰਾਪੁੰਜੀ ਅਤੇ ਮਥਿਨਰਮ ਬਹੁਤ ਜ਼ਿਆਦਾ ਵਰਖਾ ਪ੍ਰਾਪਤ ਕਰਨ ਵਾਲੇ ਖੇਤਰ ਹਨ, ਜਿੱਥੇ ਦੁਨੀਆ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ। ਇਹ ਵਰਖਾ 1080 ਸੈਂਟੀਮੀਟਰ ਸਾਲਾਨਾ ਦੇ ਕਰੀਬ ਹੁੰਦੀ ਹੈ। ਅਤੇ ਇਸ ਦੇ ਉਲਟ ਜੇਕਰ ਪੱਛਮੀ ਦਿਸ਼ਾ ਵਿੱਚ ਆ ਜਾਂਦੇ ਹਾਂ, ਜੈਸਲਮੇਰ ਸਾਡੇ ਰਾਜਸਥਾਨ ਦਾ ਇਲਾਕਾ, ਉੱਥੇ ਸਾਲਾਨਾ ਵਰਖਾ ਸਿਰਫ 12 ਸੈਂਟੀਮੀਟਰ ਹੁੰਦੀ ਹੈ। ਇਸ ਤਰ੍ਹਾਂ ਸਾਨੂੰ ਭਾਰਤ ਦੀ ਜਲਵਾਯੂ ਦੇ ਵਿੱਚ ਵਰਖਾ ਵਿੱਚ ਵੀ ਬਹੁਤ ਜ਼ਿਆਦਾ ਵਖਰੇਵਾਂ ਵੇਖਣ ਵਿੱਚ ਮਿਲਦਾ ਹੈ। ਬੱਚੋ, ਜੇਕਰ ਅਸੀਂ ਤਾਪਮਾਨ ਦੇ ਅੰਤਰ ਦੀ ਗੱਲ ਕਰਦੇ ਹਾਂ, ਥਾਰ ਦੇ ਮਾਰੂਥਲ ਦੇ ਵਿੱਚ ਤਾਪਮਾਨ ਦਾ ਅੰਤਰ ਬਹੁਤ ਜ਼ਿਆਦਾ ਦੇਖਣ ਵਿੱਚ ਮਿਲਦਾ ਹੈ। ਰੇਤਲਾ ਇਲਾਕਾ ਹੋਣ ਦੇ ਕਾਰਨ ਦਿਨ ਵੇਲੇ ਇਹ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ ਅਤੇ ਰਾਤ ਨੂੰ ਜਲਦੀ ਹੀ ਠੰਡਾ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਦਿਨ ਅਤੇ ਰਾਤ ਦੇ ਤਾਪਮਾਨ ਦੇ ਵਿੱਚ 30 ਡਿਗਰੀ ਸੈਂਟੀਗ੍ਰੇਡ ਤੱਕ ਦਾ ਅੰਤਰ ਦੇਖਣ ਵਿੱਚ ਆਉਂਦਾ ਹੈ। ਤੇ ਇਸ ਦੇ ਨਾਲ ਜੇਕਰ ਅਸੀਂ ਕੇਰਲ ਦੇ ਵਿੱਚ ਗੱਲ ਕਰਦੇ ਹਾਂ, ਤੇ ਕੇਰਲ ਦੇ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਦੇ ਵਿੱਚ ਸਿਰਫ 8 ਡਿਗਰੀ ਸੈਂਟੀਗ੍ਰੇਡ ਦਾ ਹੀ ਅੰਤਰ ਦੇਖਣ ਵਿੱਚ ਮਿਲਦਾ ਹੈ। ਇਸ ਤਰ੍ਹਾਂ ਸਾਡਾ ਭਾਰਤ ਦੇਸ਼ ਜੋ ਇੱਕ ਵਿਸ਼ਾਲ ਦੇਸ਼ ਹੈ, ਇਸ ਦੀ ਜਲਵਾਯੂ ਵਿੱਚ ਸਾਨੂੰ ਬਹੁਤ ਜ਼ਿਆਦਾ ਭਿੰਨਤਾ ਦੇਖਣ ਵਿੱਚ ਮਿਲਦੀ ਹੈ। ਬੱਚੋ, ਇਸ ਦੇ ਨਾਲ ਹੀ ਅਸੀਂ ਕੁਝ ਆਪਣੇ ਭਾਰਤ ਦੇ ਜਲਵਾਯੂ ਬਾਰੇ ਹੋਰ ਗੱਲ ਕਰ ਲੈਂਦੇ ਹਾਂ। ਬੱਚੋ, ਰਾਜਸਥਾਨ ਦੇ ਚੂਰੂ ਸ਼ਹਿਰ ਵਿੱਚ ਜੂਨ ਵਿੱਚ ਇੱਕ ਦਿਨ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਵੀ ਵੱਧ ਜਾਂਦਾ ਹੈ, ਭਾਵ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ। ਤੇ ਇਸ ਦੇ ਉਲਟ ਤਵਾਂਗ ਵਿੱਚ ਉਸੇ ਦਿਨ ਜੂਨ ਵਿੱਚ 19 ਡਿਗਰੀ ਸੈਲਸੀਅਸ ਤਾਪਮਾਨ ਹੁੰਦਾ ਹੈ। ਬੱਚੋ, ਇਸ ਦੇ ਨਾਲ ਇੱਕ ਪਾਸੇ ਸਾਡੇ ਭਾਰਤ ਦੇ ਵਿੱਚ ਹਿਮਾਲਿਆ ਪਰਬਤ ਸਥਿਤ ਹਨ, ਜਿੱਥੇ ਬਰਫ਼ਬਾਰੀ ਹੁੰਦੀ ਹੈ, ਤੇ ਦੂਸਰੇ ਬਾਕੀ ਭਾਰਤ ਵਿੱਚ ਸਿਰਫ ਵਰਖਾ ਹੁੰਦੀ ਹੈ। ਭਾਰਤ ਦੇ ਜ਼ਿਆਦਾ ਹਿੱਸਿਆਂ ਵਿੱਚ ਜ਼ਿਆਦਾ ਵਰਖਾ ਜੂਨ ਤੋਂ ਸਤੰਬਰ ਤੱਕ ਹੀ ਹੁੰਦੀ ਹੈ। ਇਸ ਦੇ ਨਾਲ ਇਸੇ ਸਮੇਂ ਦੌਰਾਨ ਹੀ ਤਮਿਲਨਾਡੂ ਦਾ ਤੱਟ ਖੁਸ਼ਕ ਰਹਿ ਜਾਂਦਾ ਹੈ, ਜੋ ਵਰਖਾ ਓਲਾ ਪਾਸਾ ਹੋਣ ਦੇ ਕਾਰਨ ਵਰਖਾ ਪ੍ਰਾਪਤ ਨਹੀਂ ਕਰ ਪਾਉਂਦਾ ਹੈ। ਬੱਚੋ, ਅਰਾਵਲੀ ਪਰਬਤ ਦੇ ਪੱਛਮ ਵਿੱਚ ਜਿੰਨੀ ਵਰਖਾ 8 ਸਾਲਾਂ ਵਿੱਚ ਹੁੰਦੀ ਹੈ, ਉਸ ਤੋਂ ਜ਼ਿਆਦਾ ਚਿਰਾਪੁੰਜੀ ਵਿੱਚ ਇੱਕ ਦਿਨ ਵਿੱਚ ਹੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਹਿਮਾਲਿਆ ਦੇ ਉੱਤਰ ਪੱਛਮ ਵਿੱਚ ਅਤੇ ਪੱਛਮੀ ਰਾਜਸਥਾਨ ਵਿੱਚ ਬਹੁਤ ਘੱਟ ਵਰਖਾ ਹੁੰਦੀ ਹੈ। ਇਸ ਤਰ੍ਹਾਂ ਸਾਡੇ ਦੇਸ਼ ਦੇ ਜਲਵਾਯੂ ਦੇ ਵਿੱਚ ਬਹੁਤ ਜ਼ਿਆਦਾ ਭਿੰਨਤਾ ਦੇਖਣ ਵਿੱਚ ਮਿਲਦੀ ਹੈ। ਬੱਚੋ, ਕਿਸੇ ਵੀ ਸਥਾਨ ਦੇ ਜਲਵਾਯੂ ਨੂੰ ਨਿਰਧਾਰਿਤ ਕਰਨ ਵਾਲੇ ਕੁਝ ਤੱਤ ਹੁੰਦੇ ਹਨ। ਆਓ ਅਸੀਂ ਵੀ ਇਹਨਾਂ ਤੱਤਾਂ ਦੀ ਜਾਣਕਾਰੀ ਹਾਸਲ ਕਰਦੇ ਹਾਂ। ਬੱਚੋ, ਸਭ ਤੋਂ ਪਹਿਲਾਂ ਸਥਿਤੀ ਅਤੇ ਧਰਾਤਲ ਦੇ ਆਧਾਰ ਤੇ। ਦੂਸਰਾ ਤੱਤ ਬੇਟਾ ਵਾਯੂ ਦਾਬ ਅਤੇ ਪੌਣਾ ਦੇ ਆਧਾਰ ਤੇ। ਇਹਨਾਂ ਦੋਨਾਂ ਦੇ ਆਧਾਰ ਤੇ ਅਸੀਂ ਜਲਵਾਯੂ ਨੂੰ ਨਿਰਧਾਰਿਤ ਕਰਨ ਵਾਲੇ ਤੱਤਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਸਥਿਤੀ ਅਤੇ ਧਰਾਤਲ ਦੇ ਆਧਾਰ ਤੇ ਜੇਕਰ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਤੱਤ ਭੂ-ਮੱਧ ਰੇਖਾ ਤੋਂ ਦੂਰੀ ਹੈ। ਦੂਸਰਾ ਸਮੁੰਦਰ ਤਲ ਤੋਂ ਉਚਾਈ।
ਤੀਸਰਾ ਧਰਾਤਲ, ਚੌਥਾ ਸਮੁੰਦਰ ਤੋਂ ਦੂਰੀ, ਪੰਜਵਾਂ ਥਲ ਅਤੇ ਜਲ ਦੀ ਵੰਡ। ਬੱਚੋ, ਇਹ ਕਾਰਕ ਤੁਸੀਂ ਆਪਣੀ ਕਾਪੀ ਵਿੱਚ ਲਿਖ ਸਕਦੇ ਹੋ ਜੋ ਸਥਿਤੀ ਅਤੇ ਧਰਾਤਲ ਦੇ ਆਧਾਰ ਤੇ ਜਲਵਾਯੂ ਨੂੰ ਨਿਰਧਾਰਿਤ ਕਰਦੇ ਹਨ। ਵਾਯੂਦਾਬ ਅਤੇ ਪੌਣਾ ਦੇ ਆਧਾਰ ਤੇ ਜੇਕਰ ਗੱਲ ਕਰੀਏ ਤੇ ਵਾਯੂਦਾਬ ਪ੍ਰਣਾਲੀ, ਮੌਸਮੀ ਪੌਣਾ ਅਤੇ ਹਿੰਦ ਮਹਾਸਾਗਰ ਦੀ ਨੇੜਤਾ ਭਾਰਤ ਦੇ ਜਲਵਾਯੂ ਨੂੰ ਨਿਰਧਾਰਿਤ ਕਰਨ ਵਿੱਚ ਆਪਣਾ ਹਿੱਸਾ ਪਾਉਂਦੇ ਹਨ। ਹੁਣ ਬੱਚੋ, ਅਸੀਂ ਇੱਕ-ਇੱਕ ਕਰਕੇ ਇਹਨਾਂ ਤੱਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬੱਚੋ, ਸਭ ਤੋਂ ਪਹਿਲਾ ਤੱਤ ਭੂ-ਮੱਧ ਰੇਖਾ ਤੋਂ ਦੂਰੀ। ਬੱਚੋ, ਭੂ-ਮੱਧ ਰੇਖੀय ਖੇਤਰ ਜੋ ਸਾਨੂੰ ਸਾਡੇ ਇਸ ਚਿੱਤਰ ਵਿੱਚ ਵਿਚਕਾਰ ਦਿਖਾਈ ਦੇ ਰਿਹਾ ਹੈ, ਇਸ ਭੂ-ਮੱਧ ਰੇਖਾ ਤੋਂ ਜਿਵੇਂ-ਜਿਵੇਂ ਅਸੀਂ ਧਰੁਵਾਂ ਵੱਲ ਜਾਂਦੇ ਹਾਂ, ਤਾਪਮਾਨ ਘਟਦਾ ਜਾਂਦਾ ਹੈ ਕਿਉਂਕਿ ਸੂਰਜ ਦੀ ਰੋਸ਼ਨੀ ਧਰੁਵਾਂ ਤੱਕ ਤਿਰਛੀ ਪਹੁੰਚਦੀ ਹੈ, ਜਿਸ ਨਾਲ ਗਰਮੀ ਘੱਟ ਹੁੰਦੀ ਹੈ। ਤੇ ਸਾਡਾ ਭਾਰਤ ਭੂ-ਮੱਧ ਰੇਖਾ ਦੇ ਉੱਪਰ ਉੱਤਰੀ ਅਰਧ ਗੋਲੇ ਵਿੱਚ ਸਥਿਤ ਹੈ। ਕਰਕ ਰੇਖਾ ਇਸ ਦੇ ਵਿਚਕਾਰੋਂ ਨਿਕਲਦੀ ਹੈ ਤੇ ਜਿਵੇਂ-ਜਿਵੇਂ ਅਸੀਂ ਭੂ-ਮੱਧ ਰੇਖਾ ਤੋਂ ਧਰੁਵਾਂ ਵੱਲ ਜਾਂਦੇ ਹਾਂ, ਤਾਪਮਾਨ ਘੱਟ ਦੇਖਣ ਵਿੱਚ ਮਿਲਦਾ ਹੈ। ਭਾਵ ਅਸੀਂ ਦੱਖਣੀ ਭਾਰਤ ਦੀ ਜੇ ਗੱਲ ਕਰੀਏ, ਦੱਖਣੀ ਭਾਰਤ ਦੀ ਤੁਲਨਾ ਦੇ ਵਿੱਚ ਜਿਵੇਂ-ਜਿਵੇਂ ਅਸੀਂ ਧਰੁਵਾਂ ਵੱਲ ਵੱਧਦੇ ਜਾਵਾਂਗੇ, ਤਾਪਮਾਨ ਘਟਦਾ ਜਾਂਦਾ ਹੈ। ਪਰ ਬੱਚੋ, ਪ੍ਰਾਇਦੀਪੀ ਭਾਰਤ 3 ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਣ ਦੇ ਕਾਰਨ ਤਾਪਮਾਨ ਦੇ ਵਿੱਚ ਭਿੰਨਤਾ ਘੱਟ ਦੇਖਣ ਵਾਸਤੇ ਮਿਲਦੀ ਹੈ ਅਤੇ ਉੱਤਰੀ ਭਾਰਤ ਵਿੱਚ ਕਠੋਰ ਜਲਵਾਯੂ ਭਾਵ ਤਾਪਮਾਨ ਵਿੱਚ ਭਿੰਨਤਾ ਜ਼ਿਆਦਾ ਦੇਖਣ ਵਿੱਚ ਮਿਲਦੀ ਹੈ। ਬੱਚੋ, ਦੂਸਰਾ ਹਿਮਾਲਿਆ ਪਰਬਤ ਦਾ ਪ੍ਰਭਾਵ ਵੀ ਸਾਡੇ ਭਾਰਤ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਦਾ ਹੈ। ਮਾਨਸੂਨ ਪੌਣਾ ਜੋ ਸਾਡੇ ਭਾਰਤ ਵਿੱਚ ਗਰਮੀਆਂ ਵਿੱਚ ਵਰਖਾ ਕਰਦੀਆਂ ਹਨ, ਉਹਨਾਂ ਨੂੰ ਹਿਮਾਲਿਆ ਪਰਬਤ ਰੋਕ ਲੈਂਦਾ ਹੈ ਤੇ ਉਹ ਅੱਗੇ ਸਾਡੇ ਗੁਆਂਢੀ ਮੁਲਕਾਂ ਤੱਕ ਨਹੀਂ ਜਾਂਦੀਆਂ ਅਤੇ ਇਸ ਹਿਮਾਲਿਆ ਪਰਬਤ ਦੇ ਦੱਖਣੀ ਹਿੱਸਿਆਂ ਦੇ ਵਿੱਚ ਵਰਖਾ ਕਰ ਦਿੰਦੀਆਂ। ਜਿਵੇਂ-ਜਿਵੇਂ ਅਸੀਂ ਉਚਾਈ ਤੇ ਜਾਂਦੇ ਹਾਂ, ਤਾਪਮਾਨ ਘਟਦਾ ਜਾਂਦਾ ਹੈ। ਭਾਵ ਸਮਤਲ ਇਲਾਕਿਆਂ ਤੋਂ ਪਹਾੜਾਂ ਵਿੱਚ ਜਾਣ ਤੇ ਤਾਪਮਾਨ ਘਟਦਾ ਜਾਂਦਾ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਨਵਰੀ ਵਿੱਚ ਆਗਰਾ ਵਿੱਚ ਤਾਪਮਾਨ 16 ਡਿਗਰੀ ਸੈਂਟੀਗ੍ਰੇਡ ਹੈ, ਜੋ ਇੱਕ ਪੱਧਰੇ ਮੈਦਾਨਾਂ ਦਾ ਇਲਾਕਾ ਹੈ ਅਤੇ ਉਸੇ ਸਮੇਂ ਦੌਰਾਨ ਭਾਵ ਜਨਵਰੀ ਵਿੱਚ ਦਾਰਜਲਿੰਗ ਵਿੱਚ 4 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੈ, ਜੋ ਇੱਕ ਪਹਾੜੀ ਇਲਾਕਾ ਹੈ। ਇਸ ਤਰ੍ਹਾਂ ਪੱਧਰੇ ਸਮਤਲ ਮੈਦਾਨਾਂ ਦੇ ਵਿੱਚ ਗਰਮੀਆਂ ਵਿੱਚ ਤਾਪਮਾਨ ਜ਼ਿਆਦਾ ਹੁੰਦਾ ਹੈ ਅਤੇ ਇਸ ਦੇ ਉਲਟ ਜੇਕਰ ਅਸੀਂ ਪਹਾੜਾਂ ਵਿੱਚ ਜਾਂਦੇ ਹਾਂ ਤਾਂ ਉਸ ਸਮੇਂ ਪਹਾੜਾਂ ਵਿੱਚ ਮੈਦਾਨਾਂ ਦੀ ਤੁਲਨਾ ਤੇ ਤਾਪਮਾਨ ਘੱਟ ਹੁੰਦਾ ਹੈ। ਇਸੇ ਕਾਰਨ ਪੱਧਰੇ ਸਮਤਲ ਇਲਾਕਿਆਂ ਤੋਂ ਗਰਮੀਆਂ ਦੇ ਵਿੱਚ ਲੋਕ ਪਹਾੜਾਂ ਵਿੱਚ ਘੁੰਮਣ ਵਾਸਤੇ ਜਾਂਦੇ ਹਨ। ਬੱਚੋ, ਇਸੇ ਤਰੀਕੇ ਨਾਲ ਕਿਸੇ ਜਗ੍ਹਾ ਦਾ ਧਰਾਤਲ ਵੀ ਉੱਥੇ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਪਹਿਲਾਂ ਹਿਮਾਲਿਆ ਪਰਬਤ ਦੀ ਗੱਲ ਕੀਤੀ ਸੀ। ਕਿਸ ਤਰ੍ਹਾਂ ਹਿਮਾਲਿਆ ਪਰਬਤ
ਉੱਤਰ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਨੂੰ ਰੋਕ ਕੇ ਸਾਡੇ ਉੱਤਰੀ ਭਾਰਤ ਦਾ ਤਾਪਮਾਨ ਘਟਣ ਤੋਂ ਬਚਾਉਂਦਾ ਹੈ। ਉਸੇ ਤਰ੍ਹਾਂ ਹੀ ਪੱਛਮੀ ਘਾਟ ਦੀਆਂ ਪਹਾੜੀਆਂ ਸਮੁੰਦਰ ਤੋਂ ਨਮੀ ਨਾਲ ਭਰੀਆਂ ਹੋਈਆਂ ਮਾਨਸੂਨ ਪੌਣਾਂ ਨੂੰ ਰੋਕ ਕੇ ਪੱਛਮੀ ਘਾਟ ਦੇ ਪੱਛਮ ਵਾਲੇ ਪਾਸੇ ਵੱਧ ਵਰਖਾ ਕਰਵਾ ਲੈਂਦੀਆਂ। ਮਾਨਸੂਨੀ ਵਰਖਾ ਪਰਬਤੀ ਵਰਖਾ ਦੀ ਇੱਕ ਕਿਸਮ ਹੈ, ਜਿਸ ਕਾਰਨ ਪੱਛਮੀ ਘਾਟ ਦੇ ਪੱਛਮ ਵਾਲੇ ਪਾਸੇ ਵਧੇਰੇ ਵਰਖਾ ਹੁੰਦੀ ਹੈ ਅਤੇ ਪੱਛਮੀ ਘਾਟ ਦੇ ਪੂਰਬ ਵਾਲੇ ਪਾਸੇ ਘੱਟ ਵਰਖਾ ਹੁੰਦੀ ਹੈ। ਅਸੀਂ ਇਸ ਖੇਤਰ ਨੂੰ ਵਰਖਾ ਓਲਾ ਪਾਸਾ ਵੀ ਕਹਿ ਲੈਂਦੇ ਹਾਂ। ਬੱਚੋ, ਜੇਕਰ ਅਸੀਂ ਸਮੁੰਦਰ ਤੋਂ ਦੂਰੀ ਦੀ ਗੱਲ ਕਰਦੇ ਹਾਂ ਤੇ ਸਮੁੰਦਰ ਦੇ ਲਾਗੇ ਵਾਲੇ ਹਿੱਸੇ ਸਮ ਜਲਵਾਯੂ ਵਾਲੇ ਖੇਤਰ ਹੁੰਦੇ ਹਨ। ਇਹਨਾਂ ਖੇਤਰਾਂ ਦੇ ਵਿੱਚ ਸਾਨੂੰ ਜਲਵਾਯੂ ਵਿੱਚ ਜਾਂ ਤਾਪਮਾਨ ਵਿੱਚ ਭਿੰਨਤਾ ਘੱਟ ਦੇਖਣ ਵਿੱਚ ਮਿਲਦੀ ਹੈ। ਇਹਨਾਂ ਖੇਤਰਾਂ ਦੇ ਤਾਪਮਾਨ ਨੂੰ ਸਮੁੰਦਰ ਤੋਂ ਚੱਲਣ ਵਾਲੀ ਹਵਾ ਨਾ ਬਹੁਤ ਜ਼ਿਆਦਾ ਵਧਣ ਦਿੰਦੀ ਹੈ ਅਤੇ ਨਾ ਹੀ ਬਹੁਤ ਜ਼ਿਆਦਾ ਘਟਣ ਦਿੰਦੀ ਹੈ। ਇਸ ਦੇ ਉਲਟ ਅਸੀਂ ਆਪਣੇ ਪੰਜਾਬ ਜਾਂ ਦਿੱਲੀ ਜਾਂ ਸ਼ਿਮਲਾ ਦੀ ਗੱਲ ਕਰਦੇ ਹਾਂ। ਇਹ ਇਲਾਕੇ ਸਮੁੰਦਰ ਤੋਂ ਦੂਰ ਹੋਣ ਦੇ ਕਾਰਨ ਗਰਮੀਆਂ ਵਿੱਚ ਬਹੁਤ ਜ਼ਿਆਦਾ ਗਰਮ ਅਤੇ ਸਰਦੀਆਂ ਵਿੱਚ ਠੰਡੇ ਹੋ ਜਾਂਦੇ ਹਨ। ਇਸ ਨੂੰ ਅਸੀਂ ਕਠੋਰ ਜਲਵਾਯੂ ਕਹਿੰਦੇ ਹਾਂ। ਬੱਚੋ, ਜਲ ਅਤੇ ਥਲ ਦੀ ਵੰਡ ਵੀ ਭਾਰਤ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਦੀ ਹੈ। ਸਾਡੇ ਦੱਖਣ ਦੇ ਵਿੱਚ ਹਿੰਦ ਮਹਾਸਾਗਰ ਸਥਿਤ ਹੈ ਅਤੇ ਇਸ ਦੇ ਨਾਲ ਪ੍ਰਾਇਦੀਪੀय ਭਾਰਤ ਦੇ ਪੱਛਮ ਵਾਲੇ ਪਾਸੇ ਅਰਬ ਸਾਗਰ ਅਤੇ ਪੂਰਬ ਵਾਲੇ ਪਾਸੇ ਬੰਗਾਲ ਦੀ ਖਾੜੀ ਸਥਿਤ ਹੈ। ਬੱਚੋ, ਸਮੁੰਦਰ ਤੋਂ ਦੂਰ ਵਾਲੇ ਇਲਾਕਿਆਂ ਵਿੱਚ ਸਰਦੀਆਂ ਦੇ ਵਿੱਚ ਵੱਧ ਦਬਾਅ ਬਣ ਜਾਂਦਾ ਹੈ ਅਤੇ ਤਾਪਮਾਨ ਘੱਟ ਹੁੰਦਾ ਹੈ। ਇਸ ਘੱਟ ਤਾਪਮਾਨ ਦੇ ਕਾਰਨ ਜੋ ਵੱਧ ਦਬਾਅ ਬਣਦਾ ਹੈ, ਉਸ ਦੇ ਨਾਲ ਜੋ ਹਵਾ ਦੀ ਦਿਸ਼ਾ ਹੈ ਉਹ ਥਲ ਤੋਂ ਸਮੁੰਦਰ ਵੱਲ ਨੂੰ ਹੋ ਜਾਂਦੀ ਹੈ। ਇਸ ਤਰੀਕੇ ਨਾਲ ਸਮੁੰਦਰ ਦੇ ਨਾਲ ਵਾਲੇ ਇਲਾਕੇ ਜੋ ਸਮੁੰਦਰ ਦੇ ਲਾਗੇ ਪੈਂਦੇ ਹਨ, ਉੱਥੇ ਦੇ ਜਲਵਾਯੂ ਵਿੱਚ ਅਤੇ ਸਮੁੰਦਰ ਤੋਂ ਦੂਰ ਵਾਲੇ ਇਲਾਕਿਆਂ ਦੇ ਜਲਵਾਯੂ ਵਿੱਚ ਬਹੁਤ ਜ਼ਿਆਦਾ ਭਿੰਨਤਾ ਦੇਖਣ ਵਿੱਚ ਆਉਂਦੀ ਹੈ। ਬੱਚੋ, ਧਰਤੀ ਦੀ ਵਾਯੂ ਦਾ ਪ੍ਰਣਾਲੀ ਵੀ ਕਿਸੇ ਸਥਾਨ ਦੇ ਤਾਪਮਾਨ ਨੂੰ ਜਾਂ ਉੱਥੇ ਦੀ ਜਲਵਾਯੂ ਨੂੰ ਨਿਰਧਾਰਿਤ ਕਰਦੇ ਹਨ। ਬੱਚੋ, ਭੂ-ਮੱਧ ਰੇਖਾ ਦੇ ਉੱਪਰ ਅੰਤਰ ਊਸ਼ਣ ਸੁਮੇਲ ਖੰਡ ਦੀ ਪੱਟੀ ਹੁੰਦੀ ਹੈ, ਜਿਸ ਨੂੰ ਅਸੀਂ ITCZ ਦੇ ਨਾਮ ਨਾਲ ਵੀ ਜਾਣਦੇ ਹਾਂ। ਇਹ ਵੱਧ ਤਾਪਮਾਨ ਵਾਲਾ ਖੇਤਰ ਹੈ, ਜਿਸ ਕਾਰਨ ਇੱਥੇ ਹਵਾ ਦਾ ਦਬਾਅ ਹਮੇਸ਼ਾ ਘੱਟ ਰਹਿੰਦਾ ਹੈ। ਵਪਾਰਕ ਪੌਣਾ, ਦੱਖਣ ਪੂਰਬੀ ਵਪਾਰਕ ਪੌਣਾ ਅਤੇ ਉੱਤਰ ਪੱਛਮੀ ਵਪਾਰਕ ਪੌਣਾ ਇਹਨਾਂ ਖੇਤਰਾਂ ਵਿੱਚ ਆ ਕੇ ਆਪਸ ਵਿੱਚ ਮਿਲਦੀਆਂ ਹਨ ਅਤੇ ਫਿਰ ਉੱਪਰ ਉੱਠ ਕੇ ਉਪ ਊਸ਼ਣ ਵੱਧ ਵਾਯੂ ਦਾਬ ਖੇਤਰਾਂ ਦੇ ਵਿੱਚ ਹੇਠਾਂ ਉਤਰਦੀਆਂ ਹਨ, ਜਿਸ ਨਾਲ ਇਹਨਾਂ ਦੋਨੋਂ ਪੱਟੀਆਂ ਦੇ ਵਿੱਚ ਵੱਧ ਦਾਬ ਦਾ ਖੇਤਰ ਬਣ ਜਾਂਦਾ ਹੈ। ਇਸੇ ਤਰੀਕੇ ਨਾਲ ਧਰਤੀ ਦੀ ਘੁੰਮਣ ਗਤੀ ਦੇ ਕਾਰਨ ਉਪ ਊਸ਼ਣ ਘੱਟ ਦਾਬ ਦਾ ਖੇਤਰ ਪੈਦਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਧਰੁਵਾਂ ਦੇ ਵਿੱਚ ਠੰਡੇ ਇਲਾਕੇ ਹੋਣ ਦੇ ਕਾਰਨ ਵੱਧ ਦਾਬ ਦਾ ਖੇਤਰ ਬਣ ਜਾਂਦਾ ਹੈ। ਇਹ ਹਵਾ ਦੇ ਦਬਾਅ ਦੀਆਂ ਪੱਟੀਆਂ ਉਸ ਸਥਾਨ ਦੇ ਉੱਪਰ ਹਵਾ ਦੇ ਚੱਲਣ ਦੀ ਦਿਸ਼ਾ ਨੂੰ ਨਿਰਧਾਰਿਤ ਕਰਦੀਆਂ ਹਨ ਅਤੇ ਉੱਥੇ ਦੀ ਜਲਵਾਯੂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਬੱਚੋ, ਸਰਦੀਆਂ ਵਿੱਚ ਜੈਟ ਸਟ੍ਰੀਮ ਦੀ ਜੇਕਰ ਸਥਿਤੀ ਦੇਖਦੇ ਹਾਂ, ਜੈਟ ਸਟ੍ਰੀਮ ਸਾਡੀ ਧਰਤੀ ਦੀ ਸਤਹ ਤੋਂ 3 ਕਿਲੋਮੀਟਰ ਉੱਪਰ ਤੇਜ਼ ਗਤੀ ਨਾਲ ਚੱਲਣ ਵਾਲੀ ਇੱਕ ਹਵਾ ਦੀ ਪੱਟੀ ਹੈ, ਜਿਸ ਵਿੱਚ ਨਿਰੰਤਰ ਹਵਾ ਇੱਕ ਹੀ ਤਰਫ ਨੂੰ ਤੇਜ਼ ਗਤੀ ਨਾਲ ਚੱਲਦੀ ਰਹਿੰਦੀ ਹੈ। ਇਸ ਦੀ ਗਤੀ ਤੇਜ਼ ਹੋਣ ਕਾਰਨ ਹੀ ਇਸ ਨੂੰ ਜੈਟ ਸਟ੍ਰੀਮ ਦਾ ਨਾਮ ਦਿੱਤਾ
ਗਿਆ ਹੈ। ਬੱਚੋ, ਸਰਦੀਆਂ ਵਿੱਚ ਜਦੋਂ ਸਾਡੇ ਉੱਤਰੀ ਭਾਰਤ ਵਿੱਚ ਤਿੱਬਤ ਤੱਕ ਦੇ ਇਲਾਕੇ ਵਿੱਚ ਹਵਾ ਦਾ ਦਬਾਅ ਦਾ ਖੇਤਰ ਵੱਧ ਹੁੰਦਾ ਹੈ, ਉਸ ਵੇਲੇ ਇਹ ਜੈਟ ਸਟ੍ਰੀਮ ਉੱਤਰ ਵੱਲੋਂ ਦੱਖਣ ਵੱਲ ਨੂੰ ਖਿਸਕ ਜਾਂਦੀ ਹੈ ਅਤੇ ਇਸੇ ਪੱਟੀ ਵਿੱਚ ਨਿਰੰਤਰ ਵਗਦੀ ਰਹਿੰਦੀ ਹੈ। ਸਰਦੀਆਂ ਵਿੱਚ ਇਹ ਜੈਟ ਸਟ੍ਰੀਮ ਆਪਣੇ ਇਸੇ ਪ੍ਰਭਾਵ ਅਧੀਨ ਰੂਮ ਸਾਗਰ ਤੋਂ ਚੱਕਰਵਾਤ ਭਾਰਤ ਤੱਕ ਲੈ ਕੇ ਆਉਂਦੀ ਹੈ। ਜੈਟ ਸਟ੍ਰੀਮ ਦੇ ਉੱਤਰ ਵੱਲ ਖਿਸਕਣ ਦੇ ਨਾਲ ਸਾਡੇ ਇਸ ਖੇਤਰ ਦੇ ਵਿੱਚ ਹਵਾ ਦਾ ਦਬਾਅ ਘੱਟ ਹੋ ਜਾਂਦਾ ਹੈ, ਜਿਸ ਨਾਲ ਸਮੁੰਦਰ ਤੋਂ ਨਮੀ ਨਾਲ ਭਰੀਆਂ ਹੋਈਆਂ ਪੌਣਾਂ ਭਾਰਤ ਤੱਕ ਵਰਖਾ ਕਰਨ ਵਾਸਤੇ ਪਹੁੰਚਦੀਆਂ ਹਨ। ਬੱਚੋ, ਅਸੀਂ ਜੈਟ ਸਟ੍ਰੀਮ ਦੇ ਅਧੀਨ ਚੱਕਰਵਾਤਾਂ ਦੀ ਗੱਲ ਕੀਤੀ ਸੀ। ਇਹ ਪੱਛਮੀ ਚੱਕਰਵਾਤ ਜੈਟ ਸਟ੍ਰੀਮ ਦੇ ਪ੍ਰਭਾਵ ਅਧੀਨ ਭੂਮੱਧ ਸਾਗਰ ਤੋਂ ਉੱਠ ਕੇ ਸਰਦੀਆਂ ਵਿੱਚ ਭਾਰਤ ਤੱਕ ਪਹੁੰਚਦੇ ਹਨ ਅਤੇ ਸਰਦੀਆਂ ਦੇ ਵਿੱਚ ਭਾਰਤ ਦੀ ਜਲਵਾਯੂ ਵਿੱਚ ਵਖਰੇਵਾਂ ਲੈ ਕੇ ਆਉਂਦੇ ਹਨ। ਇਹ ਈਰਾਨ, ਇਰਾਕ, ਅਫਗਾਨਿਸਤਾਨ, ਪਾਕਿਸਤਾਨ ਨੂੰ ਪਾਰ ਕਰਦੇ ਹੋਏ ਭਾਰਤ ਤੱਕ ਆਉਂਦੇ ਹਨ ਅਤੇ ਸਰਦੀਆਂ ਦੇ ਵਿੱਚ ਭਾਰਤ ਦੇ ਉੱਤਰ ਪੱਛਮੀ ਹਿੱਸਿਆਂ ਦੇ ਵਿੱਚ ਵਰਖਾ ਕਰਦੇ ਹਨ। ਇਹ ਚੱਕਰਵਾਤ ਵੀ ਕਿਸੇ ਸਥਾਨ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਦੇ ਹਨ। ਬੱਚੋ, ਅਸੀਂ ਹੁਣ ਆਪਣੇ ਇਸ ਕੀਤੇ ਹੋਏ ਕੰਮ ਨੂੰ ਥੋੜਾ ਜਿਹਾ ਦੁਹਰਾਈ ਵੱਲ ਲੈ ਕੇ ਚੱਲਦੇ ਹਾਂ ਅਤੇ ਦੇਖਦੇ ਹਾਂ ਕਿ ਤੁਹਾਨੂੰ ਇਸ ਕੀਤੇ ਹੋਏ ਕੰਮ ਵਿੱਚੋਂ ਕਿੰਨੀਆਂ ਚੀਜ਼ਾਂ ਸਮਝ ਆ ਗਈਆਂ ਹਨ। ਬੱਚੋ, ਭਾਰਤ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ ਤੱਤ ਹਨ? ਪਹਿਲਾ ਪ੍ਰਸ਼ਨ ਹੈ ਆਪਣੇ ਕੋਲ, ਭਾਰਤ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ ਤੱਤ ਹਨ? ਬੱਚੋ, ਤੁਸੀਂ ਦੱਸਣਾ ਹੈ ਕਿ ਇਹ ਤੱਤ ਭੂਮੱਧ ਰੇਖਾ ਤੋਂ ਦੂਰੀ ਹੈ, ਧਰਾਤਲ ਹੈ, ਤੀਸਰਾ ਮੌਸਮੀ ਪੌਣਾ ਹਨ, ਜਾਂ ਇਹ ਸਾਰੇ ਹੀ ਤੱਤ ਜਲਵਾਯੂ ਨੂੰ ਪ੍ਰਭਾਵਿਤ ਕਰਦੇ ਹਨ। ਹਾਂਜੀ ਬੱਚੋ, ਸ਼ਾਬਾਸ਼। ਠੀਕ ਹੈ ਬੱਚੋ, ਇਸ ਦਾ ਉੱਤਰ ਇਹ ਸਾਰੇ ਤੱਤ ਭਾਰਤ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਦੇ ਹਨ। ਬੱਚੋ, ਦੂਸਰੇ ਪ੍ਰਸ਼ਨ ਤੇ, ਦੇਸ਼ ਵਿੱਚ ਸਰਦੀਆਂ ਵਿੱਚ ਸਭ ਤੋਂ ਘੱਟ ਤਾਪਮਾਨ ਕਿੱਥੇ ਹੁੰਦਾ ਹੈ? ਪਹਿਲੀ ਆਪਸ਼ਨ ਸ੍ਰੀਨਗਰ ਵਿੱਚ, ਦੂਸਰੀ ਦਰਾਸ ਵਿੱਚ, ਤੀਸਰੀ ਜੈਸਲਮੇਰ ਵਿੱਚ, ਚੌਥੀ ਚੰਡੀਗੜ੍ਹ ਵਿੱਚ। ਹਾਂਜੀ ਬੱਚੋ, ਤੁਸੀਂ ਦੱਸਣਾ ਹੈ ਦੇਸ਼ ਵਿੱਚ ਸਰਦੀਆਂ ਵਿੱਚ ਸਭ ਤੋਂ ਘੱਟ ਤਾਪਮਾਨ ਕਿੱਥੇ ਹੁੰਦਾ ਹੈ। ਅਸੀਂ ਪਾਠ ਦੇ ਸ਼ੁਰੂ ਵਿੱਚ ਹੀ ਗੱਲ ਕੀਤੀ ਸੀ। ਹਾਂਜੀ ਸ਼ਾਬਾਸ਼, ਸਹੀ ਕਿਹਾ ਕੁਝ ਬੱਚਿਆਂ ਨੇ। ਦਰਾਸ ਵਿੱਚ ਸਭ ਤੋਂ ਘੱਟ ਤਾਪਮਾਨ ਦੇਖਣ ਵਿੱਚ ਸਰਦੀਆਂ ਵਿੱਚ ਮਿਲਦਾ ਹੈ। ਬੱਚੋ, ਅਗਲਾ ਪ੍ਰਸ਼ਨ ਦੇਖਦੇ ਹਾਂ। ਦੇਸ਼ ਵਿੱਚ ਗਰਮੀਆਂ ਵਿੱਚ ਸਭ ਤੋਂ ਵੱਧ ਤਾਪਮਾਨ ਕਿੱਥੇ ਹੁੰਦਾ ਹੈ? ਪ੍ਰਸ਼ਨ ਧਿਆਨ ਨਾਲ ਦੇਖਣਾ ਹੈ। ਦੇਸ਼ ਵਿੱਚ ਗਰਮੀਆਂ ਵਿੱਚ ਸਭ ਤੋਂ ਵੱਧ ਤਾਪਮਾਨ ਕਿੱਥੇ ਹੁੰਦਾ ਹੈ? ਸਭ ਤੋਂ ਵੱਧ ਤਾਪਮਾਨ ਸ੍ਰੀਨਗਰ ਵਿੱਚ ਹੁੰਦਾ ਹੈ, ਜਾਂ ਨਾਗਪੁਰ ਵਿੱਚ ਹੁੰਦਾ ਹੈ, ਜਾਂ ਜੈਸਲਮੇਰ ਵਿੱਚ, ਜਾਂ ਮੁੰਬਈ ਵਿੱਚ। ਹਾਂਜੀ ਬੱਚੋ, ਤੁਹਾਡਾ ਜਵਾਬ ਕੀ ਹੋਵੇਗਾ? ਠੀਕ ਹੈ ਬੱਚੋ, ਸ਼ਾਬਾਸ਼। ਜੈਸਲਮੇਰ ਦੇ ਵਿੱਚ ਸਾਨੂੰ ਸਭ ਤੋਂ ਵੱਧ ਤਾਪਮਾਨ ਗਰਮੀਆਂ ਵਿੱਚ ਦੇਖਣ ਵਿੱਚ ਮਿਲਦਾ ਹੈ। ਬੱਚੋ, ਦੇਸ਼ ਵਿੱਚ ਸਭ ਤੋਂ ਵੱਧ ਵਰਖਾ ਵਾਲੇ ਸਥਾਨ ਦਾ ਨਾਮ ਦੱਸੋ। ਸਾਡੇ ਕੋਲ ਪਹਿਲੀ ਆਪਸ਼ਨ ਮਸੀਨਰਮ, ਦੂਸਰਾ ਚੇਨਈ, ਤੀਸਰਾ ਦਿੱਲੀ, ਚੌਥਾ ਕੋਲਕਾਤਾ। ਹਾਂਜੀ ਬੱਚੋ, ਇਸ ਦਾ ਉੱਤਰ ਮਸੀਨਰਮ ਹੈ, ਜੋ ਚੇਰਾਪੂੰਜੀ ਦੇ ਨੇੜੇ ਸਥਿਤ ਹੈ, ਜਿੱਥੇ ਦੁਨੀਆ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ। ਬੱਚੋ, ਅਗਲਾ ਪ੍ਰਸ਼ਨ ਦੇਖਦੇ ਹਾਂ। ਭਾਰਤ ਵਿੱਚ ਕਠੋਰ ਜਲਵਾਯੂ ਹੇਠ ਲਿਖੇ ਸਥਾਨਾਂ ਵਿੱਚੋਂ ਕਿੱਥੇ ਮਿਲਦੀ ਹੈ? ਹਾਂਜੀ ਬੱਚੋ,
ਤੁਹਾਨੂੰ ਦੱਸਿਆ ਸੀ ਕਠੋਰ ਜਲਵਾਯੂ ਸਮੁੰਦਰ ਤੋਂ ਦੂਰ ਵਾਲੇ ਇਲਾਕਿਆਂ ਵਿੱਚ ਮਿਲਦੀ ਹੈ, ਜਿੱਥੇ ਗਰਮੀਆਂ ਵਿੱਚ ਜ਼ਿਆਦਾ ਗਰਮੀ ਅਤੇ ਸਰਦੀਆਂ ਵਿੱਚ ਜ਼ਿਆਦਾ ਸਰਦੀ ਹੁੰਦੀ ਹੈ। ਤੇ ਹੁਣ ਤੁਸੀਂ ਦੱਸਣਾ ਹੈ ਸਾਡੀ ਆਪਸ਼ਨਸ ਦੇਖ ਕੇ ਕਿ ਇਹਨਾਂ ਵਿੱਚੋਂ ਕਿਹੜਾ ਉੱਤਰ ਸਹੀ ਹੈ। ਦਿੱਲੀ ਵਿੱਚ, ਦੂਸਰੀ ਆਪਸ਼ਨ ਚੇਨਈ ਵਿੱਚ, ਤੀਸਰੀ ਕੋਲਕਾਤਾ ਵਿੱਚ, ਚੌਥੀ ਮੁੰਬਈ ਵਿੱਚ। ਹਾਂਜੀ ਸ਼ਾਬਾਸ਼, ਸਹੀ ਉੱਤਰ ਦਿੱਲੀ ਹੈ। ਚੇਨਈ, ਕੋਲਕਾਤਾ ਅਤੇ ਮੁੰਬਈ ਤਿੰਨੋਂ ਇਲਾਕੇ ਸਮੁੰਦਰ ਦੇ ਕੰਢੇ ਤੇ ਸਥਿਤ ਹਨ, ਜਿਸ ਕਾਰਨ ਉੱਥੇ ਸਾਨੂੰ ਸਮ ਜਲਵਾਯੂ ਦੇਖਣ ਵਾਸਤੇ ਮਿਲਦੀ ਹੈ। ਅਗਲਾ ਪ੍ਰਸ਼ਨ ਬੱਚੋ, ਪੱਛਮੀ ਘਾਟ ਦਾ ਪੱਛਮੀ ਪਾਸਾ ਗਰਮੀਆਂ ਵਿੱਚ ਕਿਹੜੀਆਂ ਪੌਣਾਂ ਰਾਹੀਂ ਵਰਖਾ ਪ੍ਰਾਪਤ ਕਰਦਾ ਹੈ? ਪੱਛਮੀ ਘਾਟ ਦਾ ਪੱਛਮੀ ਪਾਸਾ ਧਰੁਵੀ ਪੌਣਾਂ ਰਾਹੀਂ, ਵਪਾਰਕ ਪੌਣਾਂ ਰਾਹੀਂ, ਮਾਨਸੂਨ ਪੌਣਾਂ ਰਾਹੀਂ ਜਾਂ ਵਾਪਸ ਮੁੜਦੀਆਂ ਮਾਨਸੂਨ ਪੌਣਾਂ ਰਾਹੀਂ। ਬੱਚੋ ਪਿਕਚਰ ਧਿਆਨ ਨਾਲ ਆਪਣੇ ਦਿਮਾਗ ਵਿੱਚ ਬਣਾਓ। ਪੱਛਮੀ ਘਾਟ ਦਾ ਪੱਛਮੀ ਪਾਸਾ ਮਾਨਸੂਨ ਪੌਣਾਂ ਰਾਹੀਂ ਵਰਖਾ ਪ੍ਰਾਪਤ ਕਰਦਾ ਹੈ। ਅਸੀਂ ਗਰਮੀਆਂ ਦੀ ਵਰਖਾ ਦੀ ਗੱਲ ਕਰ ਰਹੇ ਹਾਂ। ਗਰਮੀਆਂ ਵਿੱਚ ਮਾਨਸੂਨ ਪੌਣਾਂ ਰਾਹੀਂ ਇਹਨਾਂ ਖੇਤਰਾਂ ਵਿੱਚ ਬਹੁਤ ਵਰਖਾ ਹੁੰਦੀ ਹੈ। ਬੱਚੋ ਸਰਦੀਆਂ ਵਿੱਚ ਦੇਸ਼ ਦੇ ਕਿਹੜੇ ਹਿੱਸੇ ਵਿੱਚ ਚੱਕਰਵਾਤੀ ਵਰਖਾ ਹੁੰਦੀ ਹੈ? ਉੱਤਰ ਪੱਛਮੀ ਭਾਰਤ ਵਿੱਚ, ਦੱਖਣ ਪੱਛਮੀ ਭਾਰਤ ਵਿੱਚ, ਉੱਤਰ ਪੂਰਬੀ ਭਾਰਤ ਵਿੱਚ ਜਾਂ ਦੱਖਣ ਪੂਰਬੀ ਭਾਰਤ ਵਿੱਚ। ਸਰਦੀਆਂ ਵਿੱਚ ਦੇਸ਼ ਦੇ ਕਿਹੜੇ ਹਿੱਸੇ ਵਿੱਚ ਚੱਕਰਵਾਤੀ ਵਰਖਾ? ਅਸੀਂ ਬੱਚੋ ਰੂਮ ਸਾਗਰ ਤੋਂ ਆਉਂਦੇ ਚੱਕਰਵਾਤਾਂ ਦੀ ਗੱਲ ਕੀਤੀ ਸੀ। ਹਾਂਜੀ ਸ਼ਾਬਾਸ਼, ਉੱਤਰ ਪੱਛਮੀ ਭਾਰਤ ਵਿੱਚ ਸਰਦੀਆਂ ਵਿੱਚ ਚੱਕਰਵਾਤਾਂ ਰਾਹੀਂ ਵਰਖਾ ਹੁੰਦੀ ਹੈ। ਆਓ ਬੱਚੋ ਅਖੀਰਲੇ ਪ੍ਰਸ਼ਨ ਤੇ ਚੱਲਦੇ ਹਾਂ। ਭੂਮੱਧ ਰੇਖਾ ਤੋਂ ਧਰੁਵਾਂ ਵੱਲ ਜਾਂਦੇ ਤਾਪਮਾਨ ਦੀ ਦਸ਼ਾ ਦੱਸੋ। ਭਾਵ ਜੇ ਭੂਮੱਧ ਰੇਖਾ ਤੋਂ ਅਸੀਂ ਧਰੁਵਾਂ ਵੱਲ ਜਾਂਦੇ ਹਾਂ, ਤਾਪਮਾਨ ਕੀ ਹੁੰਦਾ ਹੈ? ਤਾਪਮਾਨ ਵੱਧਦਾ ਹੈ, ਤਾਪਮਾਨ ਘਟਦਾ ਹੈ, ਤਾਪਮਾਨ ਇੱਕ ਸਮਾਨ ਰਹਿੰਦਾ ਹੈ ਜਾਂ ਕੋਈ ਅੰਤਰ ਨਹੀਂ ਪੈਂਦਾ? ਹਾਂਜੀ ਬੱਚੋ, ਇਸ ਦਾ ਉੱਤਰ ਤਾਪਮਾਨ ਘਟਦਾ ਹੈ। ਭੂਮੱਧ ਰੇਖਾ ਤੇ ਸੂਰਜ ਦੀ ਕਿਰਨਾਂ ਸਿੱਧੀਆਂ ਪੈਣ ਕਾਰਨ ਗਰਮੀ ਜ਼ਿਆਦਾ ਹੁੰਦੀ ਹੈ ਤੇ ਜਿਵੇਂ ਜਿਵੇਂ ਅਸੀਂ ਭੂਮੱਧ ਰੇਖਾ ਵੱਲ ਤੋਂ ਧਰੁਵਾਂ ਵੱਲ ਵੱਧਦੇ ਹਾਂ, ਤਾਪਮਾਨ ਘਟਦਾ ਜਾਂਦਾ ਹੈ। ਸ਼ਾਬਾਸ਼ ਬੱਚੋ, ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਜਲਵਾਯੂ ਦੇ ਤੱਤ ਯਾਦ ਰੱਖਣੇ ਹਨ ਅਤੇ ਤੁਸੀਂ ਆਪਣੀ ਕਾਪੀਆਂ ਵਿੱਚ ਵੀ ਕੰਮ ਕਰ ਲੈਣਾ ਹੈ। ਧੰਨਵਾਦ ਬੱਚੋ।